ਅੰਮ੍ਰਿਤਪਾਲ गिरफ्तार है। ਅੰਮ੍ਰਿਤਪਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ, ਪਰ ਅੰਮ੍ਰਿਤਪਾਲ ਦਾ ਨਸ਼ਾ ਛਡਾਊ ਸੈਂਟਰ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਐਨਐਸਏ ਦੇ ਤਹਿਤ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ। ਪੁੱਛ ਪੜਤਾਲ ਚੱਲ ਰਹੀ ਹੈ ਔਰ ਪਿੱਛੇ ਨਸ਼ਾ ਛਡਾਊ ਸੈਂਟਰ ਕਿਉਂ ਚਰਚਾ ਵਿੱਚ ਆਇਆ ਹੋਇਆ ਹੈ, ਕੀ ਹੈ ਉਸ ਨਸ਼ਾ ਛਡਾਊ ਸੈਂਟਰ ਦੇ ਵਿੱਚ, ਇਸ ਬਾਰੇ ਕਈ ਖੁਲਾਸੇ ਹੋ ਚੁੱਕੇ ਨੇ। ਕਈ ਖੁਲਾਸੇ ਹੋਰ ਸਾਹਮਣੇ ਆ ਰਹੇ ਨੇ। ਵੱਖ-ਵੱਖ ਲੋਕਾਂ ਵੱਲੋਂ ਕੈਮਰੇ ਸਾਹਮਣੇ ਆ ਕੇ ਆਪੋ ਆਪਣੇ ਬਿਆਨ ਸਾਂਝੇ ਕੀਤੇ ਨੇ ਔਰ ਸਭ ਤੋਂ ਪਹਿਲਾਂ ਨਸ਼ਾ ਛਡਾਊ ਸੈਂਟਰ ਉੱਤੇ ਹੀ ਹਮਲਾ ਕੀਤਾ ਕਿ ਨਸ਼ਾ ਛਡਾਊ ਸੈਂਟਰ ਦਰਅਸਲ ਹੈ ਕੀ ਸੀ। ਨਸ਼ਾ ਛਡਾਊ ਸੈਂਟਰ ਦੀ ਅਸਲੀਅਤ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਇਲਜ਼ਾਮਾਂ ਉੱਤੇ ਨਜ਼ਰ ਮਾਰਦੇ ਹਾਂ ਜਿਹੜੇ ਨਸ਼ਾ ਛਡਾਊ ਸੈਂਟਰ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਨਾਲ ਮੇਲ ਕੇ ਲੱਗੇ ਸਨ। ਦੱਸ ਦਈਏ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅੰਮ੍ਰਿਤਪਾਲ ਫਰਾਰ ਹੁੰਦਾ ਹੈ, ਜਦੋਂ ਅੰਮ੍ਰਿਤਪਾਲ ਦੇ ਪਿੱਛੇ ਪੁਲਿਸ ਲੱਗਦੀ ਹੈ, ਯਾਨੀ ਕਿ 18 ਮਾਰਚ ਦਾ ਉਹ ਦਿਨ ਜਦੋਂ ਅੰਮ੍ਰਿਤਪਾਲ ਸ਼ਾਹਕੋਟ ਵੱਲ ਨੂੰ ਜਾਂਦਾ ਹੈ ਤੇ ਪਿੱਛੇ ਪੁਲਿਸ ਪੈ ਜਾਂਦੀ ਹੈ। ਉਸ ਤੋਂ ਬਾਅਦ ਲਗਾਤਾਰ ਅੰਮ੍ਰਿਤਪਾਲ ਨੂੰ ਲੱਭਣ ਵਾਸਤੇ ਪੁਲਿਸ ਹੀਲੇ ਕਰਦੀ ਦਿਖਾਈ ਦਿੰਦੀ ਹੈ। ਅੰਮ੍ਰਿਤਪਾਲ ਦਾ ਇੱਕ ਕਰੀਬੀ ਜਿਹੜਾ ਵਿਅਕਤੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਲੁਧਿਆਣੇ ਤੋਂ। ਔਰ ਦੱਸ ਦਈਏ ਕਿ ਉਹ ਵਿਅਕਤੀ ਅੰਮ੍ਰਿਤਪਾਲ ਦੇ ਗਾਰਡਸ ਵਿੱਚੋਂ ਇੱਕ ਸੀ, ਸਿਕਿਉਰਿਟੀ ਗਾਰਡਸ ਦੇ ਵਿੱਚੋਂ ਇੱਕ ਸੀ ਔਰ ਉਹ ਵਿਅਕਤੀ ਫੌਜੀ ਵੀ ਰਹਿ ਚੁੱਕਿਆ। ਉਸ ਵਿਅਕਤੀ ਦੇ ਮੋਬਾਈਲ ਫੋਨ ਦੇ ਵਿੱਚੋਂ ਕਈ ਅਹਿਮ ਚੀਜ਼ਾਂ ਬਰਾਮਦ ਹੁੰਦੀਆਂ ਨੇ। ਮੋਬਾਈਲ ਫੋਨ ਦੇ ਵਿੱਚ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀਆਂ ਕੁਝ ਤਸਵੀਰਾਂ ਹੁੰਦੀਆਂ ਨੇ ਔਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਅੰਮ੍ਰਿਤਪਾਲ ਦੇ ਸਮਰਥਕਾਂ ਦੇ ਨਾਲ ਜੁੜੀ ਹੁੰਦੀ ਹੈ। ਅੰਮ੍ਰਿਤਪਾਲ ਦੇ ਸਮਰਥਕ ਕੁਝ ਲੋਕਾਂ ਨੂੰ ਬੰਦੂਕ ਚਲਾਉਣੀ ਸਿਖਾ ਰਹੇ ਹੁੰਦੇ ਨੇ ਕਥਿਤ ਤੌਰ ਤੇ, ਯਾਨੀ ਕਿ ਪਿੰਡ ਦੇ ਵਿੱਚ ਫਾਇਰ ਰੇਂਜ ਬਣਾਈ ਹੁੰਦੀ ਹੈ ਔਰ ਇਸ ਬਾਰੇ ਜਾਣਕਾਰੀ ਵੀ ਸਾਹਮਣੇ ਆ ਚੁੱਕੀ ਹੈ ਕਿ ਪਿੰਡ ਦੇ ਵਿੱਚ ਇੱਕ ਨਹਿਰ ਵਗਦੀ ਹੈ ਔਰ ਨਹਿਰ ਦੇ ਨਾਲ ਹੀ ਇੱਕ ਫਾਇਰ ਰੇਂਜ ਬਣਾਈ ਗਈ ਹੈ। ਉਸ ਫਾਇਰ ਰੇਂਜ ਦੇ ਵਿੱਚ ਸੂਤਰਾਂ ਮੁਤਾਬਕ ਕਥਿਤ ਤੌਰ ਤੇ ਅੰਮ੍ਰਿਤਪਾਲ ਦੇ ਸਾਥੀ ਜਾਂ ਫਿਰ ਅੰਮ੍ਰਿਤਪਾਲ ਜਿਹੜੇ ਮਰੀਜ਼ ਆਉਂਦੇ ਸੀ ਉਸ ਦੇ ਕੋਲ, ਉਹਨਾਂ ਨੂੰ ਬੰਦੂਕ ਚਲਾਉਣ ਦੀ ਟ੍ਰੇਨਿੰਗ ਦਿੰਦਾ ਸੀ। ਸੂਤਰਾਂ ਮੁਤਾਬਕ ਇਹ ਸਾਰੀ ਜਾਣਕਾਰੀ ਸਾਹਮਣੇ ਆਉਂਦੀ ਹੈ। ਇਲਜ਼ਾਮ ਲੱਗਦੇ ਨੇ, ਵੱਡੇ ਇਲਜ਼ਾਮ ਲਾਏ ਜਾਂਦੇ ਨੇ, ਏਜੰਸੀਆਂ ਪੜਤਾਲ ਕਰ ਰਹੀਆਂ ਹੁੰਦੀਆਂ ਨੇ ਉਸ ਵੇਲੇ ਔਰ ਉਹਨਾਂ ਤਸਵੀਰਾਂ ਦੇ ਆਉਣ ਤੋਂ ਬਾਅਦ ਇਹ ਗੱਲ ਆਖ ਦਿੱਤੀ ਜਾਂਦੀ ਹੈ ਕਿ ਅੰਮ੍ਰਿਤਪਾਲ ਆਪਣੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਬਹਿਲਾ ਫਸਲਾ ਕੇ ਉਹਨਾਂ ਨੂੰ ਆਪਣੇ ਗਰੁੱਪ ਦੇ ਵਿੱਚ ਸ਼ਾਮਿਲ ਕਰ ਰਿਹਾ। ਗਰੁੱਪ ਕਿਹੜਾ? AKF, ਯਾਨੀ ਕਿ ਅਨੰਦਪੁਰ ਖਾਲਸਾ ਫੋਰਸ। ਉਸ ਖਾਲਸਾ ਫੋਰਸ ਦੇ ਵਿੱਚ ਲੋਕਾਂ ਨੂੰ ਐਡ ਕਰ ਰਿਹਾ ਅੰਮ੍ਰਿਤਪਾਲ। ਇਹੋ ਜਿਹੇ ਇਲਜ਼ਾਮ ਲੱਗ ਰਹੇ ਹੁੰਦੇ ਨੇ। ਲੋਕਾਂ ਨੂੰ, ਮਰੀਜ਼ਾਂ ਨੂੰ ਜਿਹੜੇ ਨਸ਼ੇ ਤੋਂ ਪੀੜਤ ਨੇ, ਨਸ਼ਾ ਛੱਡਣ ਆਏ ਨੇ, ਉਹਨਾਂ ਨੂੰ ਬਾਣਾ ਪਵਾ ਕੇ ਤੇ ਗੋਲੀਆਂ ਚਲਾਉਣ ਦੀ ਟ੍ਰੇਨਿੰਗ ਦੇ ਰਿਹਾ ਹੁੰਦਾ ਅੰਮ੍ਰਿਤਪਾਲ। ਇਹੋ ਜਿਹੇ ਇਲਜ਼ਾਮ ਲੱਗਦੇ ਨੇ। ਇਹ ਵੀ ਇਲਜ਼ਾਮ ਲੱਗਦੇ ਨੇ ਕਿ ਅੰਮ੍ਰਿਤਪਾਲ ਦੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਬੇਤਹਾਸ਼ਾ ਬੰਦੂਕਾਂ ਪਈਆਂ ਹੋਈਆਂ ਨੇ, ਕਾਫੀ ਅਸਲਾ ਪਿਆ ਹੋਇਆ ਹੈ। ਉਹ ਸੈਂਟਰ ਨਹੀਂ ਸਗੋਂ ਛਾਉਣੀ ਬਣਿਆ ਹੋਇਆ। ਇਹੋ ਜਿਹੇ ਇਲਜ਼ਾਮ ਲੱਗਦੇ ਨੇ। ਪਰ ਦਰਅਸਲ ਅੰਮ੍ਰਿਤਪਾਲ ਦਾ ਨਸ਼ਾ ਛਡਾਊ ਸੈਂਟਰ ਹੈ ਕੀ, ਕਿੱਥੇ ਹੈ, ਕਿਉਂ ਹੈ, ਕਿਸ ਤਰ੍ਹਾਂ ਦਾ ਹੈ, ਇਹਦੇ ਉੱਤੇ ਸਵਾਲ ਹੁਣ ਖੜੇ ਹੋ ਰਹੇ ਨੇ। ਜਦੋਂ ਹੌਲੀ-ਹੌਲੀ ਵੱਡੇ ਖੁਲਾਸੇ ਹੋ ਰਹੇ ਨੇ ਤਾਂ ਹੌਲੀ-ਹੌਲੀ ਬਿਆਨ ਵੀ ਸਾਂਝੇ ਕੀਤੇ ਜਾ ਰਹੇ ਨੇ। ਸਭ ਤੋਂ ਪਹਿਲਾਂ ਇੱਕ ਵੱਡੇ ਖੁਲਾਸੇ ਵੱਲ ਨਿਗਾਹ ਮਾਰਦੇ ਹਾਂ। ਬੀਤੇ ਦਿਨੀ ਇੱਕ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇੱਕ SP ਲੈਵਲ ਦਾ ਅਧਿਕਾਰੀ ਜਾਣਕਾਰੀ ਸਾਂਝੀ ਕਰਦਾ ਹੈ ਕਿ ਅੰਮ੍ਰਿਤਪਾਲ ਦੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਜਾਣ ਵਾਲੇ ਵਿਅਕਤੀ ਜਿਹੜੇ ਸੀ ਉਹ ਵਿਅਕਤੀ ਸੀ ਜਿਹੜੇ ਸਵੇਰੇ ਜਾਂਦੇ ਸੀ ਤੇ ਸ਼ਾਮ ਨੂੰ ਫਿਰ ਵਾਪਸ ਆ ਕੇ ਉਸੇ ਤਰ੍ਹਾਂ ਨਸ਼ਾ ਕਰਨ ਲੱਗ ਜਾਂਦੇ ਸੀ। ਇਹੋ ਜਿਹਾ ਇੱਕ ਬਿਆਨ ਸਾਹਮਣੇ ਆਉਂਦਾ। ਉਸ ਤੋਂ ਬਾਅਦ ਇਹ ਵੀ ਬਿਆਨ ਸਾਹਮਣੇ ਆਉਂਦਾ ਕਿ ਨਸ਼ਾ ਛਡਾਊ ਸੈਂਟਰ ਜਿਹੜਾ ਅੰਮ੍ਰਿਤਪਾਲ ਦਾ ਸੀ ਉਸਦੇ ਪਿੰਡ ਵਿੱਚ ਖੁੱਲਿਆ ਸੀ। ਉਹ ਉਸਦੇ ਪਿੰਡ ਦੀ ਫਿਰਨੀ ਤੇ ਬਣੇ ਹੋਏ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਖੁੱਲਿਆ ਸੀ ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਖਾਸ ਕਰਕੇ ਇੱਕ ਮੈਦਾਨ ਦੇ ਵਿੱਚ ਸੂਤਰਾਂ ਦੇ ਮੁਤਾਬਕ ਉੱਪਰ ਤੰਬੂ ਗੱਡ ਕੇ ਤੇ ਹੇਠਾਂ ਲੋਕਾਂ ਨੂੰ ਬਿਠਾਇਆ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀਆਂ ਸਾਹਮਣੇ ਆਈਆਂ ਨੇ ਕਿ ਅੰਮ੍ਰਿਤਪਾਲ ਦਾ ਨਸ਼ਾ ਛਡਾਊ ਸੈਂਟਰ ਜਿਹੜਾ ਹੈਗਾ ਉਹ ਕੁਝ ਇਸ ਤਰ੍ਹਾਂ ਬਣਿਆ ਹੈ ਕਿ ਸਿਰਫ ਉੱਤੇ ਟੀਨ ਦੀ ਛੱਤ ਪਈ ਹੋਈ ਹੈ, ਹੇਠਾਂ ਖਾਲੀ ਜ਼ਮੀਨ ਹੈ ਔਰ ਉੱਥੇ ਨੌਜਵਾਨ ਆ ਕੇ ਬੈਠਦੇ ਨੇ, ਸੇਵਾ ਵੀ ਕਰਦੇ ਨੇ, ਨਾਲ ਲੰਗਰ ਪਕਾਉਂਦੇ ਨੇ, ਖਾਂਦੇ ਵੀ ਨੇ, ਖਵਾਉਂਦੇ ਵੀ ਨੇ। ਇਸ ਤੋਂ ਇਲਾਵਾ ਇਹ ਇਲਜ਼ਾਮ ਲੱਗ ਰਹੇ ਸੀ ਕਿ ਨੌਜਵਾਨਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ। ਹਾਲ ਹੀ ਵਿੱਚ ਜਾਣਕਾਰੀ ਸਾਹਮਣੇ ਆਈ ਸੀ ਕਿ ਨਸ਼ਾ ਛਡਾਊ ਸੈਂਟਰ ਵਿੱਚ ਆਉਣ ਵਾਲੇ ਨੌਜਵਾਨ ਜਿਹੜੇ ਸੀ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ ਸੀ। ਉਹਨਾਂ ਨੂੰ ਖਾਲਿਸਤਾਨ ਸਮਰਥਕ ਬਣਾਇਆ ਜਾ ਰਿਹਾ ਸੀ, ਉਹਨਾਂ ਨੂੰ AKF ਦੇ ਨਾਲ ਜੋੜਿਆ ਜਾ ਰਿਹਾ ਸੀ, ਉਹਨਾਂ ਨੂੰ ਬੰਦੂਕ ਚਲਾਉਣ ਦੀਆਂ ਸਿੱਖਿਆ ਜਿਹੜੀ ਹੈ ਦਿੱਤੀ ਜਾ ਰਹੀ ਸੀ, ਬੰਦੂਕ ਚਲਾਉਣ ਦੇ ਤਰੀਕੇ ਦੱਸੇ ਜਾ ਰਹੇ ਸੀ, ਕਿਸ ਤਰ੍ਹਾਂ ਬੰਦੂਕ ਚਲਾਈ ਜਾਂਦੀ ਹੈ ਉਹਨਾਂ ਨੂੰ ਸਿਖਾਇਆ ਜਾ ਰਿਹਾ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਦੱਸਿਆ ਜਾ ਰਿਹਾ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਸੀ ਕਿ ਅੰਮ੍ਰਿਤਪਾਲ ਦਾ ਨਸ਼ਾ ਛਡਾਊ ਸੈਂਟਰ ਆਖਰ ਹੈ ਕੀ। ਕਈ ਪੱਤਰਕਾਰਾਂ ਵੱਲੋਂ ਸੂਤਰਾਂ ਮੁਤਾਬਕ ਇਹ ਵੀ ਕਿਹਾ ਗਿਆ ਸੀ ਕਿ ਅੰਮ੍ਰਿਤਪਾਲ ਵੱਲੋਂ ਜਾਂ ਉਸਦੇ ਸਾਥੀਆਂ ਵੱਲੋਂ ਨਸ਼ਾ ਛਡਾਊ ਸੈਂਟਰ ਦੇ ਵਿੱਚ ਕਿਸੇ ਵੀ ਪੱਤਰਕਾਰ ਨੂੰ ਜਾਂ ਫਿਰ ਮੀਡੀਆ ਕਰਮੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਅੰਮ੍ਰਿਤਪਾਲ ਕਿਸੇ ਨੂੰ ਵੀ ਉੱਥੇ ਜਾਣ ਨਹੀਂ ਦੇਣਾ ਚਾਹੁੰਦਾ ਸੀ। ਇਹੋ ਜਿਹੇ ਇਲਜ਼ਾਮ ਵੀ ਲਗਾਏ ਜਾ ਚੁੱਕੇ ਨੇ ਤੇ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਉੱਥੇ ਕੁਝ ਹੋਰ ਕੰਮ ਕਰਦਾ ਹੋਵੇ, ਇਹੋ ਜਿਹੇ ਇਲਜ਼ਾਮ ਵੀ ਲੱਗੇ ਸਨ। ਜ਼ਾਹਿਰ ਤੌਰ ਤੇ ਜਦੋਂ ਮੀਡੀਆ ਤੋਂ ਅੱਖੋਂ ਪਰੋਖੇ ਰੱਖਿਆ ਜਾ ਰਿਹਾ ਹੈ, ਮੀਡੀਆ ਤੋਂ ਲੁਕਾ ਕੇ ਰੱਖਿਆ ਜਾ ਰਿਹਾ, ਤਾਂ ਜ਼ਾਹਿਰ ਤੌਰ ਤੇ ਖਦਸ਼ੇ ਬਣਦੇ ਨੇ ਕਿ ਉਸ ਜਗ੍ਹਾ ਤੇ ਕੁਝ ਨਾ ਕੁਝ ਹੋ ਸਕਦਾ ਹੈ, ਜਿਸ ਵਾਸਤੇ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ, ਜਾਂ ਲੋਕਾਂ ਤੋਂ ਜਾਂ ਫਿਰ ਮੀਡੀਆ ਤੋਂ ਲੁਕਾਇਆ ਜਾ ਰਿਹਾ। ਇਹੋ ਜਿਹੇ ਇਲਜ਼ਾਮ ਲੱਗਦੇ ਦਿਖਾਈ ਦੇ ਰਹੇ ਸੀ। ਖੈਰ, ਜਦੋਂ ਹੁਣ ਇੱਕ ਪੁਲਿਸ ਕਰਮੀ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਪੁਲਿਸ ਕਰਮੀ ਦਾ ਸਾਫ਼ ਕਹਿਣਾ ਹੁੰਦਾ ਹੈ ਕਿ ਉੱਥੇ ਨੌਜਵਾਨ ਤਾਂ ਆਉਂਦੇ ਹੀ ਨਹੀਂ ਸੀ, ਨੌਜਵਾਨ ਰਹਿਣ ਵਾਸਤੇ ਨਹੀਂ ਸੀ ਆਉਂਦੇ, ਜਾਂ ਫਿਰ ਨੌਜਵਾਨ ਸਵੇਰੇ ਆ ਕੇ ਸ਼ਾਮ ਨੂੰ ਚਲੇ ਜਾਂਦੇ ਸੀ। ਇਹੋ ਜਿਹੇ ਇਲਜ਼ਾਮ ਲੱਗਦੇ ਨੇ। ਇਹ ਨੌਜਵਾਨ ਕੌਣ ਸੀ, ਇਸ ਉੱਤੇ ਵੀ ਚਰਚਾ ਕਰਦੇ ਆ, ਪਰ ਸਭ ਤੋਂ ਪਹਿਲਾਂ ਦੂਸਰਾ ਵੱਡਾ ਇਲਜ਼ਾਮ ਜਿਹੜਾ ਸੀ ਉਸ ਉੱਤੇ ਜਾਂਦੇ ਆ ਕਿ ਇਸ ਨਸ਼ਾ ਛਡਾਊ ਸੈਂਟਰ ਦੇ ਵਿੱਚ, ਡੀ ਐਡਿਕਸ਼ਨ ਸੈਂਟਰ ਦੇ ਵਿੱਚ, ਜਿੱਥੇ ਨੌਜਵਾਨਾਂ ਦਾ ਨਸ਼ਾ ਛਡਵਾਇਆ ਜਾਣਾ ਸੀ, ਨਸ਼ਾ ਖਤਮ ਕੀਤਾ ਜਾਣਾ ਸੀ, ਉੱਥੇ ਹੁਣ ਡਾਕਟਰ ਦੀ ਜ਼ਰੂਰਤ ਤਾਂ ਬਣਦੀ ਹੈ। ਡਾਕਟਰ ਤਾਂ ਹੋਣਾ ਚਾਹੀਦਾ, ਇੱਕ ਡਾਕਟਰ, ਉਸ ਦੀ ਟੀਮ ਹੋਣੀ ਚਾਹੀਦੀ ਹੈ, ਇੱਕ ਪ੍ਰੋਫੈਸ਼ਨਲ ਡਾਕਟਰ ਹੋਣਾ ਚਾਹੀਦਾ ਜਿਹੜਾ ਆਪਣੇ ਸਬਜੈਕਟ ਦੇ ਵਿੱਚ ਮਾਹਿਰ ਹੋਵੇ, ਜਿਹੜਾ ਨਸ਼ਾ ਛਡਾਉਣ ਦੇ ਵਿੱਚ ਮਾਹਿਰ ਹੋਵੇ, ਉਹ ਡਾਕਟਰ ਹੋਣਾ ਚਾਹੀਦਾ। ਪਰ ਉਹ ਡਾਕਟਰ ਉੱਥੇ ਨਹੀਂ ਸੀ, ਇਹ ਇਲਜ਼ਾਮ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਦੀ ਥਾਂ ਤੇ ਇੱਕ ਡੀ ਫਾਰਮੇਸੀ ਕਰਨ ਵਾਲਾ, ਦੁਕਾਨ ਚਲਾਉਣ ਵਾਲਾ, ਦਵਾਈਆਂ ਦੀ ਦੁਕਾਨ ਦਾ ਮਾਲਕ ਉਹ ਵਿਅਕਤੀ ਸੀ ਜਿਹੜਾ ਉੱਥੇ ਆ ਕੇ ਮਰੀਜ਼ਾਂ ਨੂੰ ਦਵਾਈਆਂ ਦਿੰਦਾ ਸੀ। ਯਾਨੀ ਕਿ ਡਾਕਟਰ, ਉਹ ਡਾਕਟਰ ਜਿਸਨੇ ਨਸ਼ਾ ਛਡਾਉਣਾ ਸੀ, ਜਿਸਨੇ ਨੌਜਵਾਨਾਂ ਦਾ ਨਸ਼ਾ ਖਤਮ ਕਰਨਾ ਸੀ, ਉਸ ਡਾਕਟਰ ਦੀ ਥਾਂ ਤੇ ਡੀ ਫਾਰਮੇਸੀ ਕੀਤਾ ਇੱਕ ਦਵਾਈਆਂ ਦੀ ਦੁਕਾਨ ਦਾ ਮਾਲਕ ਉੱਥੇ ਆਉਂਦਾ ਅਤੇ ਹਰ ਹਫ਼ਤੇ ਬਾਅਦ ਆ ਕੇ ਨੌਜਵਾਨਾਂ ਨੂੰ ਦਵਾਈਆਂ ਦੇ ਜਾਂਦਾ। ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੁੰਦਾ ਕਿ ਡਾਕਟਰ ਨਾ ਹੋਣ ਦੀ ਥਾਂ ਤੇ ਜਿਹੜਾ ਆਹ ਫਾਰਮਾਸਿਸਟ ਸੀ, ਜਿਹੜਾ ਉੱਥੇ ਆ ਕੇ ਦਵਾਈਆਂ ਦਿੰਦਾ ਸੀ, ਉਹ ਵੀ ਅੰਮ੍ਰਿਤਪਾਲ ਨੂੰ ਉਸਦੀ ਖਾਲਸਾ ਵਹੀਰ ਦੇ ਦੌਰਾਨ ਹੀ ਮਿਲਿਆ ਸੀ। ਜਦੋਂ ਇਹ ਵਹੀਰ ਘੱਤੀ ਗਈ ਸੀ, ਉਸ ਵੇਲੇ ਇਹ ਵਿਅਕਤੀ ਉਸ ਨੂੰ ਮਿਲਿਆ ਸੀ ਔਰ ਉੱਥੇ ਹੀ ਸੂਤਰਾਂ ਮੁਤਾਬਕ ਇਹਨਾਂ ਦਾ ਪ੍ਰੋਗਰਾਮ ਬਣਿਆ ਸੀ ਕਿ ਉਹ ਆ ਕੇ ਦਵਾਈਆਂ ਨੌਜਵਾਨਾਂ ਨੂੰ ਦੇ ਦੇਵੇ। ਇੱਥੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕੀ ਇੱਕ ਫਾਰਮਾਸਿਸਟ ਜਿਹਨੇ ਡੀ ਫਾਰਮੇਸੀ ਕੀਤੀ ਹੈ, ਦਵਾਈਆਂ ਦੀ ਦੁਕਾਨ ਚਲਾਉਂਦਾ ਹੈ, ਉਸ ਦੇ ਵਿੱਚ, ਅਤੇ ਇੱਕ ਪ੍ਰੋਫੈਸ਼ਨਲ ਡਾਕਟਰ ਜਿਸ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਲਾਜ ਕਰਨਾ ਹੈ, ਜਿਸਨੇ ਉਸ ਦੀ ਪੜ੍ਹਾਈ ਕੀਤੀ ਹੈ, ਜਿਸਨੇ ਉਹ ਸਾਰੀ ਪ੍ਰਕਿਰਿਆ ਪੂਰੀ ਕੀਤੀ, ਆਪਣੇ ਆਪ ਨੂੰ ਇੱਕ ਡਾਕਟਰ ਬਣਾਇਆ, ਉਹਨਾਂ ਦੋਵਾਂ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ? ਕੀ ਇੱਕ ਡਾਕਟਰ ਤੇ ਇੱਕ ਫਾਰਮਾਸਿਸਟ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ? ਇੱਥੇ ਸਵਾਲ ਖੜੇ ਹੋ ਰਹੇ ਨੇ ਕਿ ਨਸ਼ਾ ਛਡਾਊ ਕੇਂਦਰ ਜਿਹੜਾ ਕਿਹਾ ਜਾ ਰਿਹਾ ਹੈ, ਸਭ ਤੋਂ ਪਹਿਲੀ ਗੱਲ ਤਾਂ ਉਸ ਨਸ਼ਾ ਛਡਾਊ ਕੇਂਦਰ ਨੂੰ ਗੈਰ ਕਾਨੂੰਨੀ ਕਰਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਡਾਕਟਰ ਦੀ ਥਾਂ ਤੇ ਇੱਕ ਫਾਰਮਾਸਿਸਟ ਆਉਂਦਾ, ਦਵਾਈਆਂ ਦਿੰਦਾ ਔਰ ਚਲੇ ਜਾਂਦਾ, ਆਪਣੇ ਵੱਲੋਂ ਇਲਾਜ ਕਰ ਦਿੰਦਾ ਨੌਜਵਾਨਾਂ ਦਾ। ਖੈਰ, ਇਸ ਪੂਰੇ ਮਾਮਲੇ ਨੂੰ ਇੱਕ ਪਾਸੇ ਰੱਖਦੇ ਹੋਏ ਅੱਗੇ ਵਧੀਏ ਤਾਂ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਅੰਮ੍ਰਿਤਪਾਲ ਦੇ ਨਸ਼ਾ ਛਡਾਊ ਸੈਂਟਰ ਵਿੱਚ ਆਉਣ ਵਾਲੇ ਮਰੀਜ਼ਾਂ ਵਿੱਚ ਜ਼ਿਆਦਾਤਰ, ਯਾਨੀ ਕਿ 90% ਦੀ ਗਿਣਤੀ ਜਿਹੜੀ ਹੈ ਉਹ ਉਹਨਾਂ ਲੋਕਾਂ ਦੀ ਸੀ ਜਿਹੜੇ ਮਾਲਵੇ ਤੋਂ ਤਾਲੁਕ ਰੱਖਦੇ ਨੇ। ਅੰਮ੍ਰਿਤਪਾਲ ਦਾ ਜਿਹੜਾ ਪਿੰਡ ਹੈ ਉਹ ਰਈਏ ਦੇ ਨਜ਼ਦੀਕ ਹੈ, ਅੰਮ੍ਰਿਤਸਰ ਦੇ ਨਜ਼ਦੀਕ ਹੈ, ਬਿਆਸ ਵੀ ਨਜ਼ਦੀਕ ਪੈ ਜਾਂਦਾ ਹੈ। ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ, ਮਾਝੇ ਤੇ ਦੁਆਬੇ ਦੇ ਇਲਾਕੇ ਦੇ ਵਿੱਚ ਦਰਮਿਆਨ ਦੱਸਿਆ ਜਾਂਦਾ ਉਹਦਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਮਾਲਵੇ ਖੇਤਰ ਤੋਂ ਜ਼ਿਆਦਾ ਲੋਕ ਆ ਰਹੇ ਹੁੰਦੇ ਨੇ, ਮਾਲਵੇ ਤੋਂ ਜ਼ਿਆਦਾ ਲੋਕ ਉੱਥੇ ਪਹੁੰਚ ਰਹੇ ਹੁੰਦੇ ਨੇ। ਉਹ ਕਿਸ ਤਰ੍ਹਾਂ ਪਹੁੰਚਦੇ ਨੇ? ਉਹਨਾਂ ਨੂੰ ਕੀ ਅੰਮ੍ਰਿਤਪਾਲ ਦੇ ਪਿੰਡ ਵਾਸੀਆਂ ਨੂੰ ਇੰਨਾ ਭਰੋਸਾ ਨਹੀਂ ਸੀ ਅੰਮ੍ਰਿਤਪਾਲ ਦੇ ਨਸ਼ਾ ਛਡਾਊ ਸੈਂਟਰ ਤੇ ਕਿ ਉਹ ਆਪ ਉੱਥੇ ਪਹੁੰਚਦੇ? ਇੱਥੇ ਵੀ ਵੱਡਾ ਸਵਾਲ ਖੜਾ ਹੋ ਰਿਹਾ। ਸੂਤਰਾਂ ਮੁਤਾਬਕ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਅੰਮ੍ਰਿਤਪਾਲ ਦੇ ਆਪਣੇ ਪਿੰਡ ਤੋਂ ਮਹਿਜ਼ 1-2 ਨੌਜਵਾਨ ਆਉਂਦੇ ਸਨ, ਜਦਕਿ 90% ਦੀ ਗਿਣਤੀ ਮਾਲਵੇ ਦੇ ਨੌਜਵਾਨਾਂ ਦੀ ਸੀ, ਮਾਲਵੇ ਖੇਤਰ ਦੇ ਨੌਜਵਾਨਾਂ ਦੀ ਸੀ। ਔਰ ਪਿੰਡ ਵਾਲਿਆਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਪਿੰਡ ਵਾਲਿਆਂ ਨੂੰ ਇਤਰਾਜ਼ ਸੀ ਅੰਮ੍ਰਿਤਪਾਲ ਦੇ ਇਸ ਨਸ਼ਾ ਛਡਾਊ ਸੈਂਟਰ ਤੋਂ। ਇਹੋ ਜਿਹੇ ਇਲਜ਼ਾਮ ਵੀ ਲੱਗ ਰਹੇ ਨੇ ਕਿ ਅੰਮ੍ਰਿਤਪਾਲ ਦੇ ਨਸ਼ਾ ਛਡਾਊ ਸੈਂਟਰ ਤੋਂ ਪਿੰਡ ਵਾਲੇ ਇਤਰਾਜ਼ ਕਰਦੇ ਸੀ। ਉਹ ਕਿਉਂ ਕਰਦੇ ਸੀ ਇਹ ਵੀ ਜਾਣਨਾ ਜ਼ਰੂਰੀ ਹੈ, ਕਿਉਂਕਿ ਅੰਮ੍ਰਿਤਪਾਲ ਦੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਆਉਣ ਵਾਲੇ ਜਿਹੜੇ ਨੌਜਵਾਨ ਸੀ, ਉਹ ਪਿੰਡ ਵਾਸੀਆਂ ਦੇ ਮੱਦੇਨਜ਼ਰ, ਉਹਨਾਂ ਦੇ ਹਿਸਾਬ ਦੇ ਨਾਲ ਉਹ ਨੌਜਵਾਨ ਜਿਹੜੇ ਨੇ ਉਹ ਪਿੰਡ ਦੇ ਵਿੱਚ ਇੱਧਰ ਉੱਧਰ ਸਾਰਾ ਦਿਨ ਫਿਰਦੇ ਰਹਿੰਦੇ ਸੀ। ਪਿੰਡ ਵਾਸੀ ਇਸ ਗੱਲ ਤੋਂ ਅਨਕੰਫਰਟੇਬਲ ਸੀ, ਉਹ ਨਹੀਂ ਚਾਹੁੰਦੇ ਸੀ ਕਿ ਬਾਹਰਲਾ ਕੋਈ ਵਿਅਕਤੀ ਆ ਕੇ ਉਹਨਾਂ ਦੇ ਪਿੰਡ ਦੇ ਵਿੱਚ ਫਿਰੇ ਤੁਰੇ, ਇਸ ਤਰ੍ਹਾਂ ਅਵਾਰਾ ਫਿਰਦਾ ਰਹੇ। ਇਲਜ਼ਾਮ ਲੱਗ ਰਹੇ ਨੇ ਕਿ ਉਸ ਜਿਹੜੇ ਨਸ਼ਾ ਛਡਾਉਣ ਆਉਂਦੇ ਸੀ ਉਹ ਵਿਅਕਤੀ ਇੱਧਰ ਉੱਧਰ ਫਿਰਦੇ ਰਹਿੰਦੇ ਸੀ ਸਾਰਾ ਦਿਨ, ਜਿਸ ਵਾਸਤੇ ਇਤਰਾਜ਼ ਕੀਤਾ ਗਿਆ। ਹਾਲਾਂਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅੰਮ੍ਰਿਤਪਾਲ ਦਰਅਸਲ ਆਪਣੇ ਨਸ਼ਾ ਛਡਾਊ ਸੈਂਟਰ ਨੂੰ ਮੋਗਾ ਸ਼ਿਫਟ ਕਰਨ ਦੀ ਤਿਆਰੀਆਂ ਕਰ ਰਿਹਾ ਸੀ। ਹਾਲਾਂਕਿ ਕਈ ਤਿਆਰੀਆਂ ਹੋ ਵੀ ਚੁੱਕੀਆਂ ਸੀ ਤੇ ਉਸੇ ਦਰਮਿਆਨ ਇਹ ਜਿਹੜਾ ਵਿਵਾਦ ਖੜਾ ਹੋ ਜਾਂਦਾ ਹੈ ਜਦੋਂ ਅਜਨਾਲਾ ਘਟਨਾਕਾਂਡ ਹੁੰਦਾ ਔਰ ਉਸ ਭੱਜ ਰੌਲੀ ਦੇ ਵਿੱਚ ਇਹ ਸ਼ਿਫਟਿੰਗ ਨਹੀਂ ਹੋ ਪਾਉਂਦੀ।
ਇਲਜ਼ਾਮ ਇਹ ਵੀ ਲੱਗਦੇ ਨੇ ਕਿ ਦਰਅਸਲ ਇਹ ਸ਼ਿਫਟਿੰਗ ਦੀ ਤਿਆਰੀ 15 ਫਰਵਰੀ ਤੋਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਯਾਨੀ ਕਿ ਅੰਮ੍ਰਿਤਪਾਲ ਦੇ ਵਿਆਹ ਤੋਂ ਬਾਅਦ ਹੀ ਇਹ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਮੋਗਾ ਸ਼ਿਫਟ ਕਰ ਦਿੱਤਾ ਜਾਵੇਗਾ ਇਸ ਨੂੰ। ਔਰ ਮੋਗੇ ਸ਼ਿਫਟ ਨਾ ਹੋਣ ਦੀ ਕਾਰਨ ਜਿਹੜੇ ਨੇ ਉਹ ਵਜ੍ਹਾ ਜਿਹੜੀ ਆ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਘਟਨਾਕਾਂਡ ਵਿੱਚ ਹੋ ਜਾਂਦਾ ਹੈ ਔਰ ਉਸ ਦੀ ਭੱਜ ਦੌੜ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਵਿੱਚ ਹੀ ਰਹਿ ਜਾਂਦੀ ਹੈ ਔਰ ਨਸ਼ਾ ਛਡਾਊ ਸੈਂਟਰ ਜਿਹੜਾ ਉਹ ਸੂਤਰਾਂ ਮੁਤਾਬਕ ਉੱਥੇ ਹੀ ਰਹਿ ਜਾਂਦਾ। ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦਾ ਨਸ਼ਾ ਛਡਾਊ ਸੈਂਟਰ ਆਖਰ ਹੈ ਕੀ ਸੀ, ਕਿਉਂਕਿ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਕਿ ਅੰਮ੍ਰਿਤਪਾਲ ਦਾ ਨਸ਼ਾ ਛਡਾਊ ਸੈਂਟਰ ਨਸ਼ਾ ਮੁਕਤੀ ਦੇ ਲਈ ਨਿਰਪੱਖ ਸੀ। ਉਹ ਅੰਮ੍ਰਿਤਪਾਲ ਦੇ ਪੂਰਨਿਆਂ ਤੇ ਪੂਰ ਰਿਹਾ ਸੀ ਕਿ ਅੰਮ੍ਰਿਤਪਾਲ ਚਾਹੁੰਦਾ ਸੀ ਕਿ ਨੌਜਵਾਨ ਨਸ਼ਾ ਛੱਡ ਦੇਣ। ਹਾਲਾਂਕਿ ਅੰਮ੍ਰਿਤਪਾਲ ਨੇ ਆਪਣੇ ਬਿਆਨ ਦੇ ਵਿੱਚ ਨੌਜਵਾਨਾਂ ਨੂੰ ਇਹ ਅਪੀਲ ਵੀ ਕੀਤੀ ਸੀ ਆਖਰੀ ਬਿਆਨ ਦੇ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਦੇ ਤੇ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ, ਜਿਹੜੀ ਲਹਿਰ ਦੇ ਵਿੱਚ ਉਹ ਜੁੜੇ ਨੇ ਉਸ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ, ਨਸ਼ੇ ਵੱਲ ਵਾਪਸ ਨਹੀਂ ਜਾਣਾ ਚਾਹੀਦਾ। ਹਾਲਾਂਕਿ ਇਲਜ਼ਾਮ ਇੱਥੇ ਤੱਕ ਵੀ ਲੱਗ ਰਹੇ ਨੇ ਕਿ ਅੰਮ੍ਰਿਤਪਾਲ ਦੇ ਸਾਥੀ ਜਿਹੜੇ ਸੀ ਉਸ ਦੇ ਨਾਲ ਰਹਿੰਦੇ ਸੀ ਉਹ ਆਪ ਵੀ ਨਸ਼ੇ ਦੇ ਆਦੀ ਸੀ। ਇਹ ਇਲਜ਼ਾਮ ਲੱਗ ਰਹੇ ਨੇ। ਅੰਮ੍ਰਿਤਪਾਲ ਉਹ ਵਿਅਕਤੀ ਜਿਹੜਾ ਨੌਜਵਾਨਾਂ ਦਾ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਦੇ ਆਪਣੇ ਸਾਥੀਆਂ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਉਹ ਆਪ ਨਸ਼ੇ ਦੇ ਆਦੀ ਸੀ, ਉਹ ਆਪ ਨਸ਼ੇ ਬਿਨਾਂ ਰਹਿ ਨਹੀਂ ਸੀ ਸਕਦੇ। ਉਹ ਕਿਸੇ ਦਾ ਨਸ਼ਾ ਕਿਸ ਤਰ੍ਹਾਂ ਖਤਮ ਕਰਦੇ ਜੇ ਉਹ ਆਪ ਨਸ਼ੇ ਦੇ ਵਿੱਚ ਡੁੱਬੇ ਹੋਏ ਨੇ? ਇਹੋ ਜਿਹੇ ਸਵਾਲ ਖੜੇ ਹੋ ਰਹੇ ਨੇ, ਇਲਜ਼ਾਮ ਲੱਗਦੇ ਪਏ ਨੇ। ਇਸ ਪੂਰੇ ਮਾਮਲੇ ਨੂੰ ਲੈ ਕੇ ਅੰਮ੍ਰਿਤਪਾਲ ਦਾ ਨਸ਼ਾ ਛਡਾਊ ਸੈਂਟਰ ਵਿਵਾਦਾਂ ਦਾ ਵਿਸ਼ਾ ਬਣਿਆ ਹੋਇਆ। ਕਿਉਂ ਬਣਿਆ ਹੋਇਆ ਸੀ ਜਾਣ ਕੇ ਹਟੇ ਹਾਂ। ਇਹ ਸਾਰੇ ਇਲਜ਼ਾਮ ਲੜੀਵਾਰ ਲੱਗਦੇ ਰਹੇ ਨੇ। ਅੰਮ੍ਰਿਤਪਾਲ ਦੇ ਨਸ਼ਾ ਛਡਾਊ ਸੈਂਟਰ 'ਚ ਡਾਕਟਰ ਦਾ ਨਾਂ ਹੋ ਕੇ ਇੱਕ ਦਵਾਈਆਂ ਦੀ ਦੁਕਾਨ ਚਲਾਉਣ ਵਾਲੇ ਦਾ ਹੋਣਾ, ਫਾਰਮਾਸਿਸਟ ਦਾ ਹੋਣਾ। ਅੰਮ੍ਰਿਤਪਾਲ ਦੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਟੀਮ ਦੀ ਛੱਤ ਵਾਲੇ ਇੱਕ ਖੁੱਲੇ ਮੈਦਾਨ ਦਾ ਹੋਣਾ, ਉੱਥੇ ਹੀ ਨੌਜਵਾਨਾਂ ਦਾ ਸਵੇਰੇ ਆਉਣਾ ਤੇ ਸ਼ਾਮ ਨੂੰ ਵਾਪਸ ਚਲ ਜਾਣਾ। ਅੰਮ੍ਰਿਤਪਾਲ ਦੇ ਆਪਣੇ ਸਾਥੀਆਂ ਦਾ ਨਸ਼ੇ ਦੇ ਨਾਲ ਜੂਝਦੇ ਹੋਣਾ। ਅੰਮ੍ਰਿਤਪਾਲ ਦਾ ਨਸ਼ਾ ਛਡਾਉਣ ਆਏ ਨੌਜਵਾਨਾਂ ਨੂੰ ਆਪਣੀ ਆਨੰਦਪੁਰ ਖਾਲਸਾ ਫੋਰਸ ਦੇ ਵਿੱਚ ਜੋੜਨਾ, ਖਾਲਿਸਤਾਨ ਪੱਖੀ ਬਣਾਉਣਾ, ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇਣਾ। ਇਹੋ ਜਿਹੇ ਇਲਜ਼ਾਮ ਲੱਗਦੇ ਆ ਰਹੇ ਨੇ, ਵੱਡੇ ਖੁਲਾਸੇ ਹੁੰਦੇ ਆ ਰਹੇ ਨੇ ਔਰ ਇਹਨਾਂ ਇਲਜ਼ਾਮਾਂ ਦੇ ਤਹਿਤ ਦਿਖਾਈ ਤਾਂ ਇਹੀ ਦੇ ਰਿਹਾ ਹੈ ਕਿ ਅੰਮ੍ਰਿਤਪਾਲ ਕੋਈ ਬਹੁਤ ਵੱਡੇ ਮਨਸੂਬਿਆਂ ਦੀ ਤਿਆਰੀ ਦੇ ਵਿੱਚ ਸੀ, ਜਿਸ ਨੂੰ ਲੈ ਕੇ ਅੰਮ੍ਰਿਤਪਾਲ ਇਹ ਸਾਰੀਆਂ ਚੀਜ਼ਾਂ ਘੜਦਾ ਪਿਆ ਸੀ। ਇਹ ਇਲਜ਼ਾਮ ਜਿਹੜੇ ਨੇ ਲੱਗਦੇ ਪਏ ਨੇ। ਪਰ ਇਸ ਪੂਰੇ ਮਾਮਲੇ ਬਾਰੇ ਜੇ ਅਧਿਕਾਰਿਤ ਪੁਸ਼ਟੀ ਦੀ ਗੱਲ ਕਰੀਏ ਉਸ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ ਇੱਕ ਐਸਪੀ ਲੈਵਲ ਦੇ ਅਧਿਕਾਰੀ ਨੇ ਜ਼ਰੂਰ ਕੁਝ ਤੱਥ ਸਾਂਝੇ ਕੀਤੇ ਨੇ, ਪਰ ਇਸ ਬਾਰੇ ਅਜੇ ਤੱਕ ਉੱਚ ਅਧਿਕਾਰੀ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹਾਲਾਂਕਿ ਹੌਲੀ-ਹੌਲੀ ਕਰਕੇ ਕਈ ਖੁਲਾਸੇ ਸਾਹਮਣੇ ਜ਼ਰੂਰ ਆ ਰਹੇ ਆ। ਜੋ ਕੁਝ ਵੀ ਸਾਹਮਣੇ ਆਵੇਗਾ ਇਸ ਤੋਂ ਲੈਦਾ ਤੁਹਾਨੂੰ ਦੱਸਦੇ ਰਵਾਂਗੇ। ਬਨੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.